ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਦੋਸਤੋ, ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਇਹ ਵੀਡੀਓ ਨੰਬਰ 12 ਹੈ, ਜਿੱਥੇ ਆਪਾਂ ਬਾਲ ਵਿਕਾਸ ਤੇ ਸਿੱਖਿਆ ਸ਼ਾਸਤਰ ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਾਂਗੇ। ਸੋ ਦੋਸਤੋ, ਅੱਜ ਦੀ ਆਪਣੀ ਜਿਹੜੀ ਵੀਡੀਓ ਹੈ ਇਹਨੂੰ ਆਪਾਂ 24 ਦਸੰਬਰ 2021 ਦੇ ਵਿੱਚ ਜਿਹੜੀ ਤੁਹਾਡੀ ਪੀਐਸਟੈਟ ਦੀ ਪ੍ਰੀਖਿਆ ਹੋਣੀ ਹੈ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਣਾ ਰਹੇ ਹਾਂ। ਤੇ ਅੱਜ ਦੀ ਵੀਡੀਓ ਪੇਪਰ 1 ਤੇ ਪੇਪਰ 2 ਦੋਨਾਂ ਦਾ ਹੀ ਸਿਲੇਬਸ ਕਵਰ ਕਰਦੀ ਹੈ। ਸੋ ਦੋਸਤੋ, ਵੀਡੀਓ ਨੂੰ ਕਰਦੇ ਹਾਂ ਸ਼ੁਰੂ। ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰ ਲਓ ਜੀ, ਤੇ ਨਾਲ ਹੀ ਬੈਲ ਆਈਕਨ ਹੋਏਗਾ, ਤੁਸੀਂ ਉਹਦੇ ਤੇ ਵੀ ਕਲਿੱਕ ਕਰ ਲੈਣਾ ਹੈ। ਤੇ ਇਸ ਤੋਂ ਬਾਅਦ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸੈਸ਼ਨ ਨੂੰ ਸਾਰਿਆਂ ਨਾਲੋਂ ਪਹਿਲਾਂ ਛੇਤੀ ਲਾਈਕ ਕਰ ਦਿਓ। ਤੇ ਸ਼ੁਰੂ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ। ਪਹਿਲਾ ਜਿਹੜਾ ਪ੍ਰਸ਼ਨ ਹੈ ਜੀ, 2 boys have an IQ of 120 it can be concluded that ਵੀ ਦੋ ਲੜਕੀਆਂ ਦਾ ਕਹਿ ਲਓ ਕਿ ਜਿਹੜਾ IQ ਲੈਵਲ ਹੈ ਜੀ ਉਹ ਕਿੰਨਾ ਹੈ ਜੀ 120 ਹੈ। ਤਾਂ ਇਸ ਤੋਂ ਤੁਸੀਂ ਕੀ ਸਿੱਟਾ ਕੱਢ ਸਕਦੇ ਹੋ ਕਿ the boys are equal in their mental age, ਕਿ ਲੜਕੀਆਂ ਦੀ ਮਾਨਸਿਕ ਉਮਰ ਕੀ ਹੈ ਜੀ ਉਹ ਬਰਾਬਰ ਹੈ, ਜਾਂ ਫਿਰ ਜੇ parents of both boys are of above average intelligence, ਕਿ ਦੋਨੋਂ ਲੜਕੀਆਂ ਦੇ ਜਿਹੜੇ ਮਾਪਿਓ ਹੈਗੇ ਆ ਜੀ ਉਸ ਬੁੱਧੀ ਤੋਂ ਉੱਪਰ ਹੈਗੇ ਆ ਜੀ, ਜਾਂ ਫਿਰ ਆਪਸ਼ਨ ਨੰਬਰ ਸੀ both boys would be successful in academic performance, ਕਿ ਦੋਨੋਂ ਲੜਕੇ ਅਕਾਦਮਿਕ ਪ੍ਰਦਰਸ਼ਨ ਵਿੱਚ ਸਫਲ ਹੋਣਗੇ, ਜਾਂ ਫਿਰ ਆਪਸ਼ਨ ਨੰਬਰ ਡੀ none of the above is necessarily true। ਸੋ ਦੋਸਤੋ, ਮਤਲਬ ਕਿ ਇਹਨਾਂ ਵਿੱਚ ਕੋਈ ਵੀ ਠੀਕ ਨਹੀਂ ਹੈਗਾ। ਮੰਨ ਲਓ ਕਿ ਦੋ ਬੱਚੇ ਹੈਗੇ ਆ, ਉਹਨਾਂ ਦਾ ਜਿਹੜਾ IQ ਹੈ ਜੀ ਉਹ ਕਿੰਨਾ ਹੈ 120 ਹੈ। ਸੋ ਤੁਸੀਂ ਇਹਦੇ ਤੋਂ ਕੀ ਸਿੱਟਾ ਕੱਢ ਸਕਦੇ ਹੋ ਕਿ the boys are equal in their mental age। ਕੋਈ ਜ਼ਰੂਰੀ ਨਹੀਂ ਹੈਗਾ ਕਿ IQ ਲੈਵਲ ਹੋਣ ਦੇ ਨਾਲ ਉਹਨਾਂ ਦੀ ਜਿਹੜੀ ਮੈਂਟਲ ਏਜ ਆ ਉਹ ਸੇਮ ਹੀ ਹੋਊਗੀ। ਸੋ ਇਹ ਆਪਸ਼ਨ ਤੇ ਆਪਾਂ ਨੂੰ ਥੋੜਾ ਜਿਹਾ ਹੈਗਾ ਡਾਊਟ। ਆਪਸ਼ਨ ਨੰਬਰ 2 ਨੂੰ ਵੇਖੋ, parents of both boys are of above average intelligence, both boys would be successful in academic performance। ਬਟ ਜੇਕਰ ਤੁਸੀਂ ਆਪਸ਼ਨ ਨੰਬਰ ਡੀ ਨੂੰ ਵੇਖੋ ਕਿ ਉਪਰੋਕਤ ਕੋਈ ਵੀ ਪੱਕੇ ਤੌਰ ਤੇ ਠੀਕ ਨਹੀਂ ਕਿਹਾ ਜਾ ਸਕਦਾ, ਕਿ ਤੁਸੀਂ ਐਕੂਰੇਟਲੀ ਕਹਿ ਸਕਦੇ ਹੋ ਕਿ ਇਹ ਜਿਹੜੀਆਂ ਆਪਸ਼ਨ ਹੈਗੀਆਂ A B C ਇਹ ਸਹੀ ਹੋਣਗੀਆਂ, ਬਿਲਕੁਲ ਨਹੀਂ। ਇਹਦੇ ਕਰਕੇ ਆਪਸ਼ਨ ਨੰਬਰ ਡੀ ਤੇ ਤੁਸੀਂ ਕਰੋਗੇ ਟਿਕ। ਇਸ ਦੇ ਨਾਲ ਹੀ ਆਪਾਂ ਚੱਲਾਂਗੇ ਜੀ ਅਗਲੇ ਪ੍ਰਸ਼ਨ ਤੇ। ਅੱਜ ਦੇ ਆਪਣੇ ਸੈਸ਼ਨ ਦੇ ਵਿੱਚ ਵੈਸੇ ਕਾਫੀ ਸਟੈਟਿਕ ਬੇਸਡ ਪ੍ਰਸ਼ਨ ਹੈਗੇ ਆ ਤੇ ਮੇਬੀ ਆਪਣਾ ਸੈਸ਼ਨ ਕਾਫੀ ਜਲਦੀ ਖਤਮ ਹੋ ਜਾਵੇ। ਵੇਖਦੇ ਹਾਂ ਜੀ ਅਗਲਾ ਪ੍ਰਸ਼ਨ, ਬ੍ਰੇਨਸਟੋਰਮਿੰਗ ਟੈਕਨੀਕ ਇਜ਼ ਐਸੈਂਸ਼ੀਅਲੀ ਯੂਜ਼ਡ ਫॉर। ਬ੍ਰੇਨਸਟੋਰਮਿੰਗ ਜਿਹੜੀ ਤਕਨੀਕ ਹੈਗੀ ਆ ਜ਼ਰੂਰੀ ਤੌਰ ਤੇ ਵਰਤੀ ਜਾਂਦੀ ਹੈ ਡਿਵੈਲਪਿੰਗ ਜਨਰਲ ਮੈਂਟਲ ਐਬਿਲਿਟੀ, ਕਿ ਆਮ ਮਾਨਸਿਕ ਯੋਗਤਾ ਵਿਕਸਿਤ ਕਰਨ ਲਈ, ਐਨਕਰੇਜਿੰਗ ਕਨਵਰਜੈਂਟ ਥਿੰਕਿੰਗ, ਕੇਂਦਰ ਮੁਖੀ ਸੋਚ ਨੂੰ ਪ੍ਰਫੁੱਲਿਤ ਕਰਨ ਲਈ, ਕ੍ਰੀਏਟਿੰਗ ਇੰਟਰਸਟ ਇਨ ਐਕਟੀਵਿਟੀਜ਼, ਗਤੀਵਿਧੀਆਂ ਵਿੱਚ ਰੁਚੀ ਵਧਾਉਣ ਲਈ, ਜਾਂ ਫਿਰ ਆਪਸ਼ਨ ਨੰਬਰ ਡੀ ਸਟਿਮੂਲੇਟਿੰਗ ਕ੍ਰੀਏਟਿਵਿਟੀ, ਰਚਨਾਤਮਕਤਾ ਵਿੱਚ ਉਤਸੁਕਤਾ ਵਧਾਉਣ ਲਈ। ਸੋ ਇਹਦਾ ਕੀ ਜਵਾਬ ਹੋਏਗਾ ਜੀ? ਵੈਸੇ ਤੁਹਾਨੂੰ ਯਾਦ ਹੋਊਗਾ ਬ੍ਰੇਨਸਟੋਰਮਿੰਗ ਦੇ ਵਿੱਚ ਆਪਾਂ ਕੀ ਸਮਝਿਆ ਸੀਗਾ। ਬ੍ਰੇਨਸਟੋਰਮਿੰਗ ਟੈਕਨੀਕ ਦੇ ਵਿੱਚ ਜਾਂ ਮੈਥਡ ਦੇ ਵਿੱਚ ਇੱਕ ਸਟੂਡੈਂਟ ਨੇ ਕੋਈ ਵੀ ਅਗਰ ਜੇਕਰ ਪ੍ਰੋਬਲਮ ਸੋਲਵ ਕਰਨਾ ਹੁੰਦਾ, ਮੰਨ ਲਓ ਕਿ ਉਹਨੇ ਕੁਝ ਲਿਖਣਾ ਹੈ, ਉਹ ਕੀ ਕਰੇਗਾ ਜੀ, ਉਹ ਬਹੁਤ ਸਾਰੇ ਆਈਡੀਆਜ਼ ਪਹਿਲਾਂ ਤਾਂ ਲਿਖ ਲਏਗਾ, ਉਹਦਾ ਡਰਾਫਟ ਬਣਾਏਗਾ, ਫਿਰ ਲਿਖਣਾ ਸ਼ੁਰੂ ਕਰੇਗਾ। ਮੇਨਲੀ ਇਹੀ ਹੁੰਦਾ ਨਾ ਬ੍ਰੇਨਸਟੋਰਮਿੰਗ ਦੇ ਵਿੱਚ। ਸੋ ਇਹਦੇ ਵਿੱਚ ਮੇਨਲੀ ਕੀਤਾ ਕੀ ਜਾਂਦਾ, ਇਹਦੇ ਵਿੱਚ ਮੇਨਲੀ ਆਪਸ਼ਨ ਨੰਬਰ ਡੀ ਕਿ ਸਟਿਮੂਲੇਟਿੰਗ ਕ੍ਰੀਏਟਿਵਿਟੀ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ, ਰਚਨਾਤਮਕਤਾ ਵਿੱਚ ਉਤਸੁਕਤਾ ਵਧਾਉਣ ਲਈ ਇਹ ਕੀਤੀ ਜਾਂਦੀ ਹੈ। ਸੋ ਆਪਸ਼ਨ ਨੰਬਰ ਡੀ ਦੇ ਡੀ ਨੂੰ ਲਗਾਓ ਟਿਕ। ਇਸ ਦੇ ਨਾਲ ਹੀ ਆਪਾਂ ਚੱਲਾਂਗੇ ਅਗਲੇ ਪ੍ਰਸ਼ਨ ਤੇ। ਅਗਲੇ ਪ੍ਰਸ਼ਨ ਦੇ ਵਿੱਚ ਪੁੱਛਿਆ ਜਾ ਰਿਹਾ, ਜੀਨ ਪਿਆਜੇ ਪੁਆਇੰਟਲੀ ਕਾਲਡ ਹਿਸ ਅਪਰੋਚ ਟੂ ਚਾਈਲਡ ਡਿਵੈਲਪਮੈਂਟ ਐਜ਼, ਕਿ ਜੀਨ ਪਿਆਜੇ ਨੇ ਬੱਚੇ ਦੇ ਵਿਕਾਸ ਸੰਬੰਧੀ ਆਪਣੀ ਵਿਧੀ ਨੂੰ ਸਪਸ਼ਟ ਤੌਰ ਤੇ ਕਿਹਾ ਹੈ। ਕੀ ਕਿਹਾ ਹੈ? ਇਹ ਫਿਰ ਸਿੱਧਾ ਕੁਐਸਚਨ ਹੀ ਹੈ ਨਾ, ਕਿ ਉਹਨਾਂ ਨੇ ਮਤਲਬ ਕਿ ਕੋਈ ਵੀ ਆਪਦੀ ਜਿਹੜੀ ਚਾਈਲਡ ਡਿਵੈਲਪਮੈਂਟ ਵਾਲੀ ਥਿਊਰੀ ਵਗੈਰਾ ਦਿੱਤੀ ਹੋਊਗੀ, ਮਤਲਬ ਕਿ ਚਾਈਲਡ ਡਿਵੈਲਪਮੈਂਟ ਵਾਲੀ ਜਿਹੜੀ ਥਿਊਰੀ ਸੀਗੀ ਉਹਨਾਂ ਦਾ ਮੇਨਲੀ ਉਹਨਾਂ ਨੇ ਕੀ ਕਿਹਾ ਹੈ? ਇਵੋਲੂਸ਼ਨਰੀ ਵਿਕਾਸਵਾਦੀ, ਸਾਈਕੋਡਾਇਨਾਮਿਕ ਵਿਗਿਆਨਕ, ਜਾਂ ਫਿਰ ਜੈਨੇਟਿਕ ਐਪਿਸਟੀਮੋਲੋਜੀ ਕੀ ਅਨੁਵੰਸ਼ਿਕ ਗਿਆਨੀ ਮੀਮਾਂਸਾ, ਜਾਂ ਫਿਰ ਆਪਸ਼ਨ ਨੰਬਰ ਡੀ ਬਾਇਓਲੋਜੀਕਲ ਜੈਵਿਕ। ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੈ ਜੀ ਆਪਸ਼ਨ ਨੰਬਰ ਸੀ ਤੇ ਲਗਾਓ ਟਿਕ। ਜੈਨੇਟਿਕ ਐਪਿਸਟੀਮੋਲੋਜੀ, ਜੀਨ ਪਿਆਜੇ ਨੇ ਆਪਦੀ ਜਿਹੜੀ ਚਾਈਲਡ ਡਿਵੈਲਪਮੈਂਟ ਦੀ ਅਪਰੋਚ ਸੀਗੀ ਉਹਨਾਂ ਨੂੰ ਇਹਨੇ ਇਹਦਾ ਨਾਮ ਦਿੱਤਾ ਸੀਗਾ। ਆਪਸ਼ਨ ਨੰਬਰ ਡੀ ਨੂੰ ਕਰੋ ਸੀ ਨੂੰ ਕਰੋ ਟਿਕ। ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ, ਡਿਊਰਿੰਗ ਕਲਾਸਰੂਮ ਡਿਸਕਸ਼ਨ ਅ ਟੀਚਰ ਆਫਨ ਪੇ ਮੋਰ ਅਟੈਂਸ਼ਨ ਟੂ ਬॉयਜ਼ ਦੈਨ ਗਰਲਸ, ਦਿਸ ਇਜ਼ ਐਨ ਐਗਜ਼ਾਮਪਲ ਆਫ। ਮੰਨ ਲਓ ਤੁਹਾਡੀ ਕਲਾਸ ਦੇ ਵਿੱਚ ਇੱਕ ਅਧਿਆਪਕ ਹੈ, ਉਹ ਕੀ ਕਰ ਰਿਹਾ ਜੀ, ਉਹ ਲੜਕੀਆਂ ਦੀ ਤੁਲਨਾ ਵਿੱਚ ਲੜਕਿਆਂ ਤੇ ਗਰਲਸ ਦੇ ਕੰਪੈਰੀਜ਼ਨ ਉਹ ਬॉयਜ਼ ਤੇ ਕੋਈ ਜ਼ਿਆਦਾ ਧਿਆਨ ਦੇ ਰਿਹਾ। ਉਹ ਕਿਸ ਦਾ ਉਦਾਹਰਣ ਹੈ? ਕੀ ਇਹ ਜੈਂਡਰ ਬਾਇਸ ਹੈ, ਕੀ ਇਹ ਜੈਂਡਰ ਆਇਡੈਂਟੀਟੀ ਹੈ, ਜੈਂਡਰ ਰੈਲੇਵੈਂਸ ਹੈ, ਜਾਂ ਫਿਰ ਜੈਂਡਰ ਕੰਸਿਸਟੈਂਸੀ ਹੈ? ਜੈਂਡਰ ਬਾਇਸ ਹੁੰਦਾ ਪੱਖਪਾਤ। ਸੋ ਬਿਲਕੁਲ ਇਹਦਾ ਜਿਹੜਾ ਸਹੀ ਜਵਾਬ ਹੈ ਜੀ ਉਹ ਕੀ ਹੋਏਗਾ? ਇੱਕ ਜੈਂਡਰ ਬਾਇਸ ਹੈ। ਕੀ ਹੈ ਜੀ? ਜੈਂਡਰ ਬਾਇਸ ਹੀ ਹੈ ਇਹ। ਆਪਸ਼ਨ ਨੰਬਰ ਏ। ਇਹਦੇ ਤੋਂ ਵੀ ਕਾਫੀ ਸਾਰੇ ਪ੍ਰਸ਼ਨ ਪੁੱਛੇ ਜਾਂਦੇ ਆ। ਜੈਂਡਰ ਬਾਇਸ ਹੋ ਗਿਆ, ਜੈਂਡਰ ਪ੍ਰੇਜੁਡਾਈਸ ਹੋ ਗਿਆ। ਆਪਸ਼ਨ ਨੰਬਰ ਏ ਹੀ ਇਹਦਾ ਸਹੀ ਜਵਾਬ ਹੋਏਗਾ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਇੱਕ ਐਡੋਲਸੈਂਸ ਹੈਗਾ, ਕਿਸ਼ੋਰ ਆਪਣੇ ਆਪ ਨੂੰ ਮਾਪਿਆਂ ਦੇ ਕੰਟਰੋਲ ਅਤੇ ਨਿਗਰਾਨੀ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਐਨ ਐਡੋਲਸੈਂਸ ਅਟੈਂਪਟ ਟੂ ਐਮੈਂਟਿਸਿਪੇਟ ਹਿਮਸੈਲਫ ਫਰੋਮ ਪੇਰੈਂਟਲ ਕੰਟਰੋਲ ਐਂਡ ਸੁਪਰਵਿਜ਼ਨ। ਕੀ ਹੋਊਗਾ ਜੀ? ਇਹ ਇਜ਼ oriented toward obtaining complete personal independence, generally involves from rebelliousness arising out of the poor parents relationship, is attain freedom and enjoy his social relationship, is generally symptomatic of normal course of growing up। ਨਿੱਜੀ ਤੌਰ ਤੇ
ਪੂਰੀ ਆਜ਼ਾਦੀ ਪ੍ਰਾਪਤ ਕਰਨ ਵੱਲ ਛੇਦਿਤ ਹੁੰਦੇ ਹਨ। ਆਮ ਤੌਰ ਤੇ ਮਾਤਾ ਪਿਤਾ ਤੇ ਬੱਚਿਆਂ ਦੇ ਭੈੜੇ ਸੰਬੰਧਾਂ ਕਰਕੇ ਬਾਗੀ ਹੋ ਜਾਂਦੇ ਹਨ। ਆਪਸ਼ਨ ਨੰਬਰ ਸੀ, ਕਿਉਂਕਿ ਉਹ ਆਜ਼ਾਦੀ ਪ੍ਰਾਪਤ ਕਰਨਾ ਅਤੇ ਆਪਣੇ ਸਮਾਜਿਕ ਸੰਬੰਧਾਂ ਦਾ ਆਨੰਦ ਲੈਣਾ ਚਾਹੁੰਦੇ ਹਨ। ਜਾਂ ਫਿਰ ਆਪਸ਼ਨ ਨੰਬਰ ਡੀ, ਆਮ ਤੌਰ ਤੇ ਇਹ ਵਾਧੇ ਦੀ ਗਤੀ ਦੇ ਸੰਕੇਤ ਹਨ। ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਉਹ ਹੋਏਗਾ ਆਪਸ਼ਨ ਨੰਬਰ ਡੀ। ਇਹ ਨਾਰਮਲ ਹੈ, ਠੀਕ ਹੈ, ਸਾਰੇ ਬੱਚਿਆਂ ਦੇ ਵਿੱਚ ਇਹ ਗੱਲ ਵੇਖਣ ਨੂੰ ਮਿਲਦੀ ਹੈ ਕਿ ਜਿਹੜੇ ਵੀ ਅਡੋਲਸੈਂਸ ਹੁੰਦੇ ਆ, ਅਟੈਂਪਟ ਟੂ ਐਮੈਂਸੀਪੇਟ, मतलब कि आपके ਜਿਹੜੇ ਕੰਟਰੋਲ ਹੁੰਦੇ ਨੇ ਮਾਪਿਆਂ ਦੇ ਕੰਟਰੋਲ ਅਤੇ ਨਿਗਰਾਨੀ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਨੇ, ਕਿਉਂਕਿ ਉਹ ਇਸ ਜਨਰਲੀ ਸਿੰਪਟੋਮੈਟਿਕ ਆਫ ਦਾ ਨਾਰਮਲ ਕੋਰਸ ਆਫ ਗਰੋਇੰਗ ਅਪ। ਆਮ ਤੌਰ ਤੇ ਇਹ ਵਾਧੇ ਦੀ ਗਤੀ ਦੇ ਸੰਕੇਤ ਹਨ। ਆਪਸ਼ਨ ਨੰਬਰ ਡੀ ਇਜ਼ ਦਾ ਰਾਈਟ ਆਨਸਰ। ਉਹਨੂੰ ਐਂ ਲੱਗਦਾ ਹੁੰਦਾ ਕਿ ਵੀ ਮੈਂ ਅਸੀਂ ਆਜ਼ਾਦ ਹੋਣਾ, ਕਿ ਸਾਨੂੰ ਹੈ ਨਾ ਕਿ ਸਾਡੀ ਗੱਲ ਨਹੀਂ ਸੁਣੀ ਜਾ ਰਹੀ, ਸਾਨੂੰ ਸਾਰਾ ਕੁਝ ਪਤਾ, ਕੁਝ ਗੱਲ ਵੇਖਣ ਨੂੰ ਮਿਲਦੀ ਹੈ। ਆਪਸ਼ਨ ਨੰਬਰ ਡੀ ਹੋਊਗਾ ਸਹੀ ਜਵਾਬ ਜੀ। ਅਗਲੇ ਪ੍ਰਸ਼ਨ ਨੂੰ ਵੇਖਦੇ ਹਾਂ। ਅਗਲੇ ਪ੍ਰਸ਼ਨ ਦੇ ਵਿੱਚ ਕੀ ਪੁੱਛਿਆ ਜਾ ਰਿਹਾ ਹੈ? ਦ ਕੋਟ ਚਾਈਲਡ ਇਜ਼ ਅ ਫਾਦਰ ਆਫ ਮੈਨ ਰਿਫਲੈਕਟ ਦ ਐਮਫੈਸਿਸ ਆਫ ਵਿਚ ਆਫ ਦ ਫੋਲੋਇੰਗ। ਇਹ ਵੀ ਫਿਰ ਸਿੱਧਾ ਪ੍ਰਸ਼ਨ ਹੀ ਪੁੱਛ ਲਿਆ ਗਿਆ ਕਿ ਜਿਹੜਾ ਚਾਈਲਡ ਹੈ ਜੀ ਕੀ ਹੈ ਜੀ, ਕਿ ਇਜ਼ ਦ ਫਾਦਰ ਆਫ ਮੈਨ। ਇਹ ਜਿਹੜਾ ਕਥਨ ਹੈ ਕਿਹਦੇ ਦੁਆਰਾ ਦਿੱਤਾ ਗਿਆ ਸੀਗਾ, ਕਿ ਮਤਲਬ ਕਿ ਐਮਫੈਸਿਸ ਕਿਹਦੇ ਦੁਆਰਾ ਕੀਤਾ ਗਿਆ ਸੀਗਾ? ਕਾਰਲ ਜੀ ਜੁੰਗ ਨੇ, ਸਿਗਮੰਡ ਫਰਾਇਡ ਨੇ, ਆਇਨਸਟਾਈਨ ਨੇ, ਜਾਂ ਫਿਰ ਕਹਿ ਲਓ GW ਐਲਪੋਰਟ ਨੇ। ਇੱਥੇ ਜਿਹੜਾ ਸਹੀ ਜਵਾਬ ਹੈ ਜੀ ਆਪਸ਼ਨ ਨੰਬਰ ਬੀ, ਸਿਗਮੰਡ ਫਰਾਇਡ ਨੇ। ਮਤਲਬ ਇਹਨਾਂ ਦੀ ਜਿਹੜੀ ਥਿਊਰੀ ਸੀਗੀ ਇਹਦੇ ਤੇ ਹੀ ਬੇਸਡ ਸੀਗੀ। ਬਟ ਵੈਸੇ ਜੇ ਆਪਾਂ ਇਸ ਕੋਟ ਦੀ ਗੱਲ ਕਰੀਏ, ਇਹ ਤੁਹਾਡੇ ਇਸ ਤੋਂ ਸੰਬੰਧਿਤ ਨਹੀਂ ਹੈਗਾ, ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਦੇ ਵਿੱਚ ਨਹੀਂ ਆਏਗਾ। ਵੈਸੇ ਇਹ ਜਿਹੜਾ ਕੋਰਸ ਹੈ ਨਾ, ਇਹ ਵਿਲੀਅਮ ਵਰਡਸਵਰਥ ਦੁਆਰਾ ਦਿੱਤਾ ਗਿਆ ਸੀਗਾ। ਵੈਸੇ ਇਹਦਾ ਜਿਹੜਾ ਸਹੀ ਜਵਾਬ ਹੈ ਜੀ ਕਿ ਚਾਈਲਡ ਇਜ਼ ਅ ਫਾਦਰ ਆਫ ਮੈਨ ਰਿਫਲੈਕਟ ਦਾ ਐਮਫੈਸਿਸ ਆਫ ਵਿਚ ਆਫ ਦਾ ਫੋਲੋਇੰਗ, ਇਹ ਸਿਗਮੰਡ ਫਰਾਇਡ ਦੀ ਗੱਲ ਕਰ ਰਹੀ ਹੈ। ਆਪਸ਼ਨ ਨੰਬਰ ਬੀ ਨੂੰ ਕਰੋ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ ਜੀ, ਹੂ ਇਜ਼ ਦਾ ਆਥਰ ਆਫ ਬੁੱਕ ਮਾਈਂਡ ਇਨ ਸੋਸਾਇਟੀ। ਸੋ ਮਾਈਂਡ ਇਨ ਸੋਸਾਇਟੀ ਨਾਮ ਦੀ ਜਿਹੜੀ ਕਿਤਾਬ ਹੈ ਜੀ, ਉਹ ਕਿਹਦੇ ਦੁਆਰਾ ਲਿਖੀ ਗਈ ਹੈ? ਇਹ ਤੁਹਾਨੂੰ ਸਿੱਧਾ ਇਹ ਪੁੱਛ ਲਿਆ ਜਾ ਰਿਹਾ ਹੈ ਕਿ ਕੀ ਇਹਨੇ ਪਿਆਜੇ ਨੇ ਲਿਖੀ ਹੈ, ਕੋਲਬਰਗ ਨੇ ਲਿਖੀ ਹੈ, ਵਾਈਗੋਟਸਕੀ ਨੇ ਲਿਖੀ ਹੈ, ਜਾਂ ਫਿਰ ਬੰਡੂਰਾ ਨੇ ਲਿਖੀ ਹੈ। ਇਹ ਕਿਤਾਬ ਦੇ ਲੇਖਕ ਕੌਣ ਹੈਗੇ ਆ ਜੀ? ਇਸ ਕਿਤਾਬ ਦੇ ਲੇਖਕ ਹੈਗੇ ਆ ਵਾਈਗੋਟਸਕੀ। ਵਾਈਗੋਟਸਕੀ ਨੇ ਇਹ ਜਿਹੜੀ ਕਿਤਾਬ ਹੈਗੀ ਆ, ਕਿਹੜੀ ਕਿਤਾਬ? ਮਾਈਂਡ ਇਨ ਸੋਸਾਇਟੀ ਨਾਮ ਦੀ ਕਿਤਾਬ ਹੈਗੀ ਆ। ਇਹ ਕਿਹਨਾਂ ਦੇ ਦੁਆਰਾ ਲਿਖੀ ਗਈ ਆ? ਲੈਵ ਵਾਈਗੋਟਸਕੀ। ਆਪਸ਼ਨ ਨੰਬਰ ਸੀ ਨੂੰ ਕਰੋ ਟਿਕ। ਇਸ ਦੇ ਨਾਲ ਹੀ ਚੱਲਾਂਗੇ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ ਜੀ, ਹੂ ਰੋਟ ਦਾ ਬੁੱਕ ਦ ਮੋਰਲ ਜਜਮੈਂਟ ਆਫ ਦਾ ਚਾਈਲਡ। ਕੀ ਨਾਮ ਹੈ ਜੀ? ਦ ਮੋਰਲ ਜਜਮੈਂਟ ਆਫ ਦਾ ਚਾਈਲਡ। ਦ ਮੋਰਲ ਜਜਮੈਂਟ ਆਫ ਦਾ ਚਾਈਲਡ ਜਿਹੜੀ ਕਿਤਾਬ ਹੈ ਜੀਨ ਪਿਆਜੇ ਨੇ ਲਿਖੀ ਹੈ, ਲਾਰੈਂਸ ਕੋਲਬਰਗ ਨੇ ਲਿਖੀ ਹੈ, ਐਰਿਕਸਨ ਨੇ ਲਿਖੀ ਹੈ, ਜਾਂ ਫਿਰ ਹੌਫਮੈਨ ਨੇ ਲਿਖੀ ਹੈ। ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਜੀ, ਛੇਤੀ ਦੱਸੋ। ਇੱਥੇ ਸਹੀ ਜਵਾਬ ਹੋਏਗਾ ਜੀ ਜੀਨ ਪਿਆਜੇ। ਇਹ ਕਿਤਾਬ ਜੀਨ ਪਿਆਜੇ ਦੁਆਰਾ ਲਿਖੀ ਗਈ ਹੈ। ਕੀ ਨਾਮ ਹੈ ਕਿਤਾਬ ਦਾ? ਦ ਮੋਰਲ ਜਜਮੈਂਟ ਆਫ ਦਾ ਚਾਈਲਡ। ਦ ਮੋਰਲ ਜਜਮੈਂਟ ਆਫ ਦਾ ਚਾਈਲਡ ਨਾਮ ਦੀ ਕਿਤਾਬ ਜੀਨ ਪਿਆਜੇ ਦੁਆਰਾ ਲਿਖੀ ਗਈ ਹੈ। ਆਪਸ਼ਨ ਨੰਬਰ ਏ ਨੂੰ ਕਰੋ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਇੰਟੈਲੀਜੈਂਸ ਇਜ਼ ਯੂਜ਼ੁਅਲੀ ਡਿਫਾਈਨਡ ਬਾਈ ਯੂਜ਼ਿੰਗ ਅ ਡੈਫੀਨੇਸ਼ਨ। ਜਿਹੜੀ ਇੰਟੈਲੀਜੈਂਸ ਹੈ ਇਹਨੂੰ ਤੁਸੀਂ ਕਿਵੇਂ ਡਿਫਾਈਨ ਕਰ ਸਕਦੇ ਹੋ? ਆਮ ਤੌਰ ਤੇ ਬੁੱਧੀ ਨੂੰ ਪਰਿਭਾਸ਼ਿਤ ਕਰਨ ਲਈ ਕਿਸ ਕਿਸਮ ਦੀ ਪਰਿਭਾਸ਼ਾ ਵਰਤੀ ਜਾਂਦੀ ਹੈ? ਸਬਜੈਕਟਿਵ, ਅੰਤਰਮੁਖੀ, ਆਪਰੇਸ਼ਨਲ, ਕਾਰਜਸ਼ੀਲ, ਮੈਥਮੈਟਿਕਲ, ਗਣਿਤਕ, ਜਾਂ ਫਿਰ ਫਿਜ਼ੀਓਲੋਜੀਕਲ, ਕਿ ਸਰੀਰ ਵਿਗਿਆਨਿਕ। ਸੋ ਦੋਸਤੋ ਦੱਸੋ ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਜੀ ਉਹ ਕੀ ਹੈ? ਇੱਥੇ ਤੁਹਾਡਾ ਸਹੀ ਜਵਾਬ ਹੋਏਗਾ ਜੀ ਆਪਸ਼ਨ ਨੰਬਰ ਬੀ, ਆਪਰੇਸ਼ਨਲ। ਕੀ ਨਾਮ ਹੋਏਗਾ ਜੀ? ਆਪਰੇਸ਼ਨਲ। ਕਾਰਜਸ਼ੀਲ ਜਿਹੜੀ ਡੈਫੀਨੇਸ਼ਨਾਂ ਨੇ ਜੀ ਇਹਨਾਂ ਦੇ ਵਿੱਚੋਂ ਹੀ ਵਰਤੀਆਂ ਜਾਂਦੀਆਂ ਨੇ, ਕਿਉਂਕਿ ਇੰਟੈਲੀਜੈਂਸੀ ਨੂੰ ਕਹਿ ਸਕਦੇ ਹਾਂ ਵੀ ਸ਼ੋਅ ਕਰਨ ਲਈ, ਡਿਫਾਈਨ ਕਰਨ ਲਈ ਇਹੀ ਇਹਦਾ ਬੈਸਟ ਮੈਥਡ ਹੈ ਨਾ ਜੀ। ਸੋ ਇਹਦੇ ਕਰਕੇ ਹੀ ਇਹਨਾਂ ਨੂੰ ਆਪਾਂ ਯੂਜ਼ ਕਰਦੇ ਹਾਂ ਆਪਸ਼ਨ ਨੰਬਰ ਬੀ। ਇਹ ਤਾਂ ਵੈਸੇ ਵੀ ਤੁਸੀਂ ਲੌਜੀਕਲ ਤੁੱਕਾ ਵੀ ਲਗਾਉਂਦੇ ਨਾ, ਫਿਰ ਵੀ ਇਹ ਸਹੀ ਹੋ ਜਾਣਾ ਸੀਗਾ। ਅੱਗੇ ਵੇਖਦੇ ਹਾਂ। ਵਿਲੀਅਮ ਵੁੰਟ ਐਸਟੈਬਲਾਈਜ਼ ਦ ਫਸਟ ਸਾਈਕੋਲੋਜੀ ਲੈਬੋਰਟਰੀ ਇਨ ਦ ਯੂਨੀਵਰਸਿਟੀ ਆਫ। ਇਹ ਸਿੱਧਾ ਤੁਹਾਡੇ ਤੋਂ ਪੁੱਛ ਲਿਆ ਗਿਆ ਕਿ ਵਿਲੀਅਮ ਵੁੰਟ ਨਾਮ ਦੇ ਜਿਹੜੇ ਵੀ ਹੈ ਨਾ ਸਾਈਕੋਲੋਜਿਸਟ ਹੋਏ ਆ, ਇਹਨਾਂ ਨੇ ਜਿਹੜੀ ਆਪਦੀ ਪਹਿਲੀ ਸਾਈਕੋਲੋਜੀ ਲੈਬੋਰਟਰੀ ਖੋਲੀ ਸੀਗੀ, ਉਹ ਕਿੱਥੇ ਖੋਲੀ ਸੀਗੀ? ਕੈਲੀਫੋਰਨੀਆ ਦੇ ਵਿੱਚ, ਮਿਸ਼ੀਗਨ ਦੇ ਵਿੱਚ, ਲਿਪਜ਼ਿਗ ਦੇ ਵਿੱਚ, ਜਾਂ ਫਿਰ ਹਾਰਵਰਡ ਦੇ ਵਿੱਚ। ਸੋ ਇੱਥੇ ਦੱਸੋ ਕੀ ਜਵਾਬ ਹੋਏਗਾ ਜੀ? ਵਿਲੀਅਮ ਵੁੰਟ ਨੇ ਕਿਸ ਯੂਨੀਵਰਸਿਟੀ ਵਿੱਚ ਪਹਿਲੀ ਮਨੋਵਿਗਿਆਨਿਕ ਪ੍ਰਯੋਗਸ਼ਾਲਾ ਸਥਾਪਿਤ ਕੀਤੀ ਸੀਗੀ? ਇਹ ਤਾਂ ਸਹੀ ਜਵਾਬ ਹੈਗਾ ਜੀ ਆਪਸ਼ਨ ਨੰਬਰ ਸੀ। ਆਪਸ਼ਨ ਨੰਬਰ ਸੀ ਨੂੰ ਤੁਸੀਂ ਕਰੋ ਟਿਕ। ਲਿਪਜ਼ਿਗ ਦੇ ਵਿੱਚ ਇਹਨਾਂ ਨੇ ਆਪਦੀ ਜਿਹੜੀ ਫਸਟ ਸਾਈਕੋਲੋਜੀ ਲੈਬੋਰਟਰੀ ਸੀਗੀ ਜੀ ਓਪਨ ਕੀਤੀ ਸੀਗੀ। ਆਪਸ਼ਨ ਨੰਬਰ ਸੀ ਨੂੰ ਤੁਸੀਂ ਕਰ ਲਓ ਟਿਕ। ਇਸ ਦੇ ਨਾਲ ਹੀ ਚੱਲਾਂਗੇ ਜੀ ਆਪਦੇ ਅਗਲੇ ਪ੍ਰਸ਼ਨ ਤੇ। ਅ ਪੀਰੀਅਡ ਡਿਊਰਿੰਗ ਵਿਚ ਲਿਟਲ ਕੌਨਸ਼ੀਅਸ ਥਾਟ ਇਜ਼ ਅਪਲਾਈਡ ਟੂ ਅ ਪ੍ਰੋਬਲਮ ਮੇ ਬੀ ਪੀਰੀਅਡ ਆਫ। ਉਹ ਸਮਾਂ ਜਿਸ ਦੌਰਾਨ ਕਿਸੇ ਸਮੱਸਿਆ ਉੱਤੇ ਬਹੁਤਾ ਚੇਤਨ ਵਿਚਾਰ ਨਹੀਂ ਕੀਤਾ ਜਾਂਦਾ। ਅ ਪੀਰੀਅਡ ਡਿਊਰਿੰਗ ਵਿਚ ਅ ਲਿਟਲ ਕੌਨਸ਼ੀਅਸ ਥਾਟ ਇਜ਼ ਅਪਲਾਈਡ ਟੂ ਅ ਪ੍ਰੋਬਲਮ ਮੇ ਬੀ ਅ ਪੀਰੀਅਡ ਆਫ। ਇਹ ਵੀ ਸਿੱਧਾ ਪ੍ਰਸ਼ਨ ਹੀ ਪੁੱਛ ਲਿਆਗਾ ਜੀ। ਪ੍ਰੈਪਰੇਸ਼ਨ, ਇਨਕਿਊਬੇਸ਼ਨ, ਇਲੂਮੀਨੇਸ਼ਨ, ਵੈਰੀਫਿਕੇਸ਼ਨ। ਤਿਆਰੀ, ਇਨਕਿਊਬੇਸ਼ਨ ਦਾ ਇਹੀ ਹੈ ਜੀ। ਇਹਦਾ ਸਹੀ ਜਵਾਬ ਕੀ ਹੈ ਜੀ? ਇਹਦਾ ਜਿਹੜਾ ਸਹੀ ਜਵਾਬ ਹੈ ਉਹ ਹੈ ਇਨਕਿਊਬੇਸ਼ਨ। ਇੰਨਾ ਤੁਸੀਂ ਯਾਦ ਕਰ ਲਿਓ। ਇਨਕਿਊਬੇਸ਼ਨ ਪੀਰੀਅਡ ਦੇ ਵਿੱਚ ਇੱਕ ਜਿਹੜਾ ਚਾਈਲਡ ਹੁੰਦਾ ਹੈ, ਇਹੋ ਜਿਹਾ ਮਤਲਬ ਕਿ ਪੀਰੀਅਡ ਹੁੰਦਾ ਹੈ ਡਿਊਰਿੰਗ ਵਿਚ ਲਿਟਲ ਕੌਨਸ਼ੀਅਸ ਥਾਟ ਇਜ਼ ਅਪਲਾਈਡ ਟੂ ਅ ਪ੍ਰੋਬਲਮ ਮੇ ਬੀ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ। ਬੀ ਨੂੰ ਕਰੋ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ, ਵਿਚ ਆਫ ਦਾ ਫੋਲੋਇੰਗ ਐਸਪੈਕਟ ਵਾਜ਼ ਨਾਟ ਸਟੱਡੀਡ ਬਾय ਗੈਸਟਾਲਟ ਸਾਈਕੋਲੋਜੀ। ਹੇਠ ਲਿਖਿਆਂ ਵਿੱਚੋਂ
ਕਿਸ ਪੱਖ ਉੱਤੇ ਗੈਸਟਾਲਟ ਮਨੋਵਿਗਿਆਨ ਦੁਆਰਾ ਜ਼ੋਰ ਨਹੀਂ ਦਿੱਤਾ ਗਿਆ ਸੀਗਾ। ਵੈਸੇ ਇਹਨਾਂ ਦੀ ਆਪਾਂ ਗੱਲ ਵੀ ਕੀਤੀ ਸੀਗੀ, ਗੈਸਟਾਲਟ ਜਿਹੜੇ ਸਾਈਕੋਲੋਜਿਸਟ ਸੀਗੇ ਵਰਦਰਮੀਰ ਹੋ ਗਏ, ਕਾਫੀ ਜਣੇ ਮੈਂ ਇਹਦੇ ਨਾਮ ਕੱਲ ਲਏ ਸੀ। ਵੁਲਫਗੈਂਗ ਕੋਲਰ ਦੀ ਗੱਲ ਕੀਤੀ ਸੀਗੀ, ਕੁਰਤਕੋਫਕਾ ਦੀ ਗੱਲ ਕੀਤੀ ਸੀਗੀ, ਇਹਦੇ ਵਿੱਚ ਹੀ ਮੈਕਸ ਵਰਦੀਮਰ ਜਿਨ੍ਹਾਂ ਨੂੰ ਫਾਦਰ ਆਫ ਗੈਸਟਾਲਟ ਮਤਲਬ ਇਹਦੇ ਸਾਈਕੋਲੋਜੀ ਦਾ ਕਿਹਾ ਜਾਂਦਾ। ਸੋ ਇਹ 3-4 ਜਣੇ ਮੈਂ ਇਹਦੇ ਕੱਲ ਨਾਮ ਵੀ ਦੱਸੇ ਸੀਗੇ, ਮਤਲਬ ਇਹ ਬੋਡੀ ਤੇ ਸੋਲ ਨੂੰ ਇਕੱਠਾ ਹੀ ਮੰਨਦੇ ਸੀਗੇ। ਸੋ ਆਪਸ਼ਨ ਨੰਬਰ ਏ, ਬੀ ਤੇ ਸੀ ਦੀ ਮਤਲਬ ਇਹ ਗੱਲ ਕਰਦੇ ਸੀਗੇ। ਬਟ ਜੇ ਆਪਾਂ ਗੱਲ ਕਰੀਏ ਆਪਸ਼ਨ ਨੰਬਰ ਇੱਥੇ ਟਿਕ ਕਰ ਲਓ, ਸਮੁੱਚ ਕਾਰਜਸ਼ੀਲਤਾ ਦਾ ਖੇਤਰ ਤੇ ਚੇਤਨ ਤਜਰਬਾ ਦੀ ਇਹਨਾਂ ਨੇ ਗੱਲ ਕੀਤੀ ਸੀਗੀ। ਸੌਰੀ ਇੱਥੇ ਰੂਪਰੇਖਾ ਦੀ ਵੀ ਗੱਲ ਕੀਤੀ ਸੀਗੀ, ਬਟ ਇਹਨਾਂ ਨੇ ਕਾਰਜਸ਼ੀਲਤਾ ਦਾ ਖੇਤਰ ਦੀ ਗੱਲ ਨਹੀਂ ਕੀਤੀ ਸੀਗੀ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਫੀਲਡ ਆਫ ਆਪਰੇਸ਼ਨ ਦੀ ਜਿਹੜੀ ਗੱਲ ਹੈ ਜੀ, ਇਹਦੀ ਜਿਹੜੀ ਗੱਲ ਹੈ ਜੀ ਇਹਨਾਂ ਦੁਆਰਾ ਨਹੀਂ ਕੀਤੀ ਸੀਗੀ। ਸੋ ਇਹਦੇ ਤੇ ਕਰ ਲਿਓ ਤੁਸੀਂ ਟਿਕ। ਆਪਸ਼ਨ ਨੰਬਰ ਸੀ ਤੁਹਾਡਾ ਕੀ ਹੈ ਜੀ, ਸਹੀ ਜਵਾਬ ਹੈ। ਸਮੁੱਚ ਰੂਪਰੇਖਾ ਤੇ ਚੇਤਨ ਤਜਰਬਾ ਦੀ ਗੱਲ ਕੀਤੀ ਸੀਗੀ, ਠੀਕ ਹੈ ਜੀ। ਸੋ ਆਪਸ਼ਨ ਨੰਬਰ ਸੀ ਨੂੰ ਕਰੋ ਟਿਕ। ਇਸ ਦੇ ਨਾਲ ਹੀ ਚੱਲਦੇ ਹਾਂ ਆਪਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ, ਇਹਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ ਹੈ, ਇਫ ਅ ਜੀਨ ਪਿਆਜ਼ੇ ਵਾਸ ਗ੍ਰੇਡਿੰਗ ਐਨ ਐਗਜ਼ਾਮੀਨੇਸ਼ਨ ਯੂ ਅਟੈਂਪਟਡ ਹੀ ਵੁੱਡ ਬੀ ਮੋਸਟ ਇੰਟਰਸਟਿਡ ਇਨ। ਵੀ ਜੇਕਰ ਜੀਨ ਪਿਆਜ਼ੇ ਨੇ ਤੁਹਾਡੇ ਦੁਆਰਾ ਦਿੱਤੀ ਗਈ ਪ੍ਰੀਖਿਆ ਵਿੱਚ ਗ੍ਰੇਡ ਦੇਣੇ ਹੋਣ ਤਾਂ ਉਹ ਕਿਸ ਚੀਜ਼ ਉੱਤੇ ਜ਼ਿਆਦਾ ਰੁਚੀ ਰੱਖੇਗਾ। whether you have written your answer correctly, what your opinion about examination is, how do you derived your answer, ਜਾਂ ਫਿਰ whether you studied well before examination। ਕੀ ਤੁਸੀਂ ਆਪਣੇ ਸਾਰੇ ਉੱਤਰ ਠੀਕ ਲਿਖੇ ਹਨ, ਤੁਹਾਡਾ ਪ੍ਰੀਖਿਆ ਬਾਰੇ ਕੀ ਵਿਚਾਰ ਹੈ, ਤੁਸੀਂ ਆਪਣੇ ਉੱਤਰ ਕਿਵੇਂ ਦਿੱਤੇ, ਜਾਂ ਫਿਰ ਆਪਸ਼ਨ ਨੰਬਰ ਡੀ, ਕੀ ਤੁਸੀਂ ਪ੍ਰੀਖਿਆ ਤੋਂ ਪਹਿਲਾਂ ਚੰਗੀ ਤਰ੍ਹਾਂ ਪੜ੍ਹਾਈ ਕੀਤੀ ਸੀਗੀ। ਸੋ ਆਪਸ਼ਨ ਨੰਬਰ ਜਿਹੜਾ ਸੀ ਹੈ ਉਹ ਤੁਹਾਡਾ ਸਹੀ ਜਵਾਬ ਹੋਏਗਾ ਜੀ, ਕਿ ਜਿਹੜੇ ਤੁਹਾਡੇ ਉੱਤਰ ਲਿਖੇ ਨੇ ਜੀ ਉਹ ਤੁਸੀਂ ਉੱਤਰ ਦਿੱਤੇ ਕਿਵੇਂ ਹੈ। ਸੋ ਪਿਆਜ਼ੇ ਨੇ ਮੇਨਲੀ ਇਸ ਗੱਲ ਦੇ ਵਿੱਚ ਜਾਣਨ ਦੇ ਵਿੱਚ ਇੰਟਰਸਟਿਡ ਹੋਣਾ ਸੀਗਾ, ਠੀਕ ਹੈ ਜੀ। ਸੋ ਆਪਸ਼ਨ ਨੰਬਰ ਸੀ ਨੂੰ ਕਰੋ ਟਿਕ। ਚੱਲਦੇ ਹਾਂ ਜੀ ਅੱਜ ਦੇ ਆਪਾਂ ਸੈਕੰਡ ਲਾਸਟ ਪ੍ਰਸ਼ਨ ਤੇ। ਸੈਕੰਡ ਲਾਸਟ ਪ੍ਰਸ਼ਨ ਹੈ ਜੀ, ਇਹਨੂੰ ਆਪਾਂ ਵੇਖ ਲੈਂਦੇ ਹਾਂ। ਇਹਦੇ ਵਿੱਚ ਪੁੱਛਿਆ ਜਾ ਰਿਹਾ ਹੈ, ਇਨ ਡਿਵੈਲਪਮੈਂਟਲ ਟਰਮੀਨੋਲੋਜੀ ਫੈਨਲਕੀਟੋਨੂਰੀਆ ਰੈਫਰਸ ਟੂ, ਕਿ ਵਿਕਾਸਾਤਮਕ ਸ਼ਬਦਾਵਲੀ ਅਨੁਸਾਰ ਫੈਨਲਕੀਟੋਨੂਰੀਆ ਦਾ ਭਾਵ ਹੈ ਜਿਹੜਾ ਉਹ ਕੀ ਹੈ। ਡਾਊਨ ਸਿੰਡਰਮ ਹੈ, ਹੈਰੀਡਿਟਰੀ ਐਂਜ਼ਾਈਮ ਡੈਫੀਸ਼ੀਐਂਸੀ ਹੈ, ਜਾਂ ਫਿਰ ਇੱਕ ਮਾਈਕਰੋਐਂਸੈਫੈਲੀ ਹੈ, ਜਾਂ ਫਿਰ ਇੱਕ ਕ੍ਰੇਟਿਨਿਜ਼ਮ ਹੈ। ਇਹਦਾ ਜਿਹੜਾ ਸਹੀ ਜਵਾਬ ਹੈ ਉਹ ਹੈ ਆਪਸ਼ਨ ਨੰਬਰ ਬੀ, ਹੈਰੀਡਿਟਰੀ ਐਂਜ਼ਾਈਮ ਡੈਫੀਸ਼ੀਐਂਸੀ, ਇੱਕ ਹੈਰੀਡਿਟਰੀ ਐਂਜ਼ਾਈਮ ਦੀ ਘਾਟ। ਸੋ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਚੱਲਦੇ ਹਾਂ ਜੀ ਅੱਜ ਦੇ ਆਪਣੇ ਲਾਸਟ ਪ੍ਰਸ਼ਨ ਤੇ। ਲਾਸਟ ਜਿਹੜਾ ਪ੍ਰਸ਼ਨ ਹੈ ਜੀ, ਦਾ ਅਪਰ ਪਾਰਟ ਆਫ ਅ ਬੇਬੀ ਡਿਵੈਲਪ ਅਰਲੀਅਰ ਦੈਨ ਦਾ ਲੋਅਰ ਪਾਰਟ ਇਜ਼ ਟਰਮਡ ਡੈਸ਼। ਇਹ ਬੱਚੇ ਦਾ ਉੱਪਰਲਾ ਹਿੱਸਾ ਹੇਠਲੇ ਹਿੱਸੇ ਨਾਲੋਂ ਜਲਦੀ ਵਿਕਸਿਤ ਹੁੰਦਾ ਹੈ, ਇਸ ਨੂੰ ਆਪਾਂ ਕੀ ਕਹਿੰਦੇ ਆ। ਮੰਨ ਲਓ ਇਹ ਕੀ ਹੈ ਜੀ, ਇਹ ਬੇਬੀ ਹੈ। ਬੇਬੀ ਦੀ ਮੈਂ ਇੱਕ ਚਲੋ ਡਾਇਗਰਾਮ ਜੀ ਬਣਾ ਦਿੰਦਾ। ਇਹ ਬੇਬੀ ਹੈ। ਹੁਣ ਇਹ ਗੱਲ ਕਹਿ ਰਿਹਾ ਹੈ ਕਿ ਜਿਹੜਾ ਇਹਦਾ ਉੱਪਰਲਾ ਪਾਰਟ ਹੈ, ਮਤਲਬ ਮੰਨ ਲਓ ਸਰ ਵਾਲਾ ਜਿਹੜਾ ਪਾਰਟ ਹੈ ਇਹ ਡਿਵੈਲਪ ਹੋ ਰਿਹਾ ਛੇਤੀ ਕਿਹਦੇ ਨਾਲੋਂ, ਲੋਅਰ ਪਾਰਟ ਨਾਲੋਂ। ਜਿਵੇਂ ਕਿ ਆ ਜਿਹੜਾ ਲੋਅਰ ਪਾਰਟ ਹੈ ਇਹਦੇ ਨਾਲੋਂ ਛੇਤੀ ਡਿਵੈਲਪ ਹੋ ਗਿਆ ਇਹਦਾ ਸਿਰ। ਇਹਨੂੰ ਤੁਸੀਂ ਕਹਿੰਦੇ ਕਿਉਂ, ਸਿੱਧੀ ਟਰਮ ਪੁੱਛ ਲਈ ਗਈ ਹੈ ਜੀ। ਇਹਦਾ ਨਾਮ ਹੋਏਗਾ ਜੀ ਸੈਫਲੋਕੌਡਲ। ਕੀ ਨਾਮ ਹੋਏਗਾ ਜੀ, ਸੈਫਲੋਕੌਡਲ। ਤੁਸੀਂ ਟ੍ਰਿਕ ਤੋਂ ਯਾਦ ਕਰ ਲਿਓ, ਸੀ ਤੋਂ ਕੀ ਆ ਰਿਹਾ ਜੀ, ਸਿਰ। ਸੀ ਤੋਂ ਕੀ ਆ ਰਿਹਾ, ਸਿਰ। ਸਿਰ ਤੋਂ ਪੈਰ ਵੱਲ ਜਦੋਂ ਵਿਕਾਸ ਹੁੰਦਾ ਤੁਸੀਂ ਉਹਨੂੰ ਕਹਿੰਦੇ ਹੋ ਸੈਫਲੋਕੌਡਲ। ਜੇਕਰ ਇਸ ਸੈਂਟਰ ਤੋਂ ਪੈਰੀਫਰੀ ਵੱਲ ਜਦੋਂ ਵਿਕਾਸ ਹੋਵੇ, ਸੈਂਟਰ ਟੂ ਪੈਰੀਫਰੀ ਐਵੇਂ ਵਿਕਾਸ ਹੋਵੇ, ਤੇ ਇਹਨੂੰ ਤੁਸੀਂ ਕਹਿੰਦੇ ਹੋ ਜੀ ਪ੍ਰੋਕਸੀਮੋ ਡਿਸਟਲ। ਕੀ ਕਹਿੰਦੇ ਹੋ ਜੀ, ਪ੍ਰੋਕਸੀਮੋ ਡਿਸਟਲ ਨੂੰ ਜਦੋਂ ਸੈਂਟਰ ਟੂ ਪੈਰੀਫਰੀ ਵੱਲ ਵਿਕਾਸ ਹੋਵੇ ਉਹਨੂੰ ਤੁਸੀਂ ਕਹਿੰਦੇ ਹੋ ਪ੍ਰੋਕਸੀਮੋ ਡਿਸਟਲ। ਸੈਫਲੋਕੌਡਲ ਉਦੋਂ ਕਹਿੰਦੇ ਹੋ ਜਦੋਂ ਸਿਰ ਤੋਂ ਜਦੋਂ ਥੱਲੇ ਉੱਤੋਂ ਥੱਲੇ ਜਦੋਂ ਵਿਕਾਸ ਹੋਵੇ ਉਹਨੂੰ ਤੁਸੀਂ ਕਹਿੰਦੇ ਹੋ ਸੈਫਲੋਕੌਡਲ। ਉਮੀਦ ਕਰਦਾ ਹਾਂ ਤੁਸੀਂ ਸਮਝ ਗਏ ਹੋਵੋਗੇ। ਸੋ ਇਹ ਅੱਜ ਦਾ ਆਪਣਾ ਲਾਸਟ ਪ੍ਰਸ਼ਨ ਸੀ। ਉਮੀਦ ਕਰਦੇ ਹਾਂ ਸੈਸ਼ਨ ਨੂੰ ਜੇਕਰ ਇੰਜੋਏ ਕੀਤਾ ਹੈ ਤਾਂ ਸੈਸ਼ਨ ਨੂੰ ਲਾਈਕ ਜ਼ਰੂਰ ਕਰ ਲਿਓ ਜੀ। ਚੈਨਲ ਤੇ ਨਵੇਂ ਹੋ, ਚੈਨਲ ਨੂੰ ਅਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਦੇ ਦੋਸਤਾਂ ਨੂੰ ਸੁਜੈਸਟ ਕਰੋ ਕਿ ਡੋਰ ਸਟੈਪ ਐਜੂਕੇਸ਼ਨ ਪੁਆਇੰਟ ਨੂੰ ਚੈਨਲ ਨੂੰ ਸਬਸਕ੍ਰਾਈਬ ਕੀਤਾ ਜਾਵੇ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ। ਗੋਡ ਬlesਸ ਯੂ।